ਅੱਜ ਦੀ ਵਿਚਾਰ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1429 ਦੇ ਉੱਪਰ ਸੁਸ਼ੋਭਿਤ ਮੁੰਦਾਵਨੀ ਮਹਲਾ ਪੰਜਵਾਂ ਅਤੇ ਉਸ ਤੋਂ ਬਾਅਦ ਜਿਹੜਾ ਸ਼ਲੋਕ ਮਹਲਾ ਪੰਜਵਾਂ ਹੈ, ਇਹਨਾਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਪਿਛਲੇ ਕਾਫੀ ਹਫ਼ਤਿਆਂ ਤੋਂ ਸ਼ਲੋਕ 12 ਤੇ ਵਧੇਕ ਦੀ ਵਿਚਾਰ ਕਰਦੇ ਆ ਰਹੇ ਹਾਂ, ਜਿਹਦੇ ਅਖੀਰ ਦੇ ਉੱਤੇ ਸ਼ਲੋਕ ਮਹਲਾ 9ਵਾਂ ਜਿਹੜੇ ਹਨ ਉਹਨਾਂ ਦੀ ਵੀ ਵਿਚਾਰ ਦੀ ਸੰਪੂਰਨਤਾ ਕੀਤੀ ਹੈ। तो उस तो इमीडिएटली बाद जड़ा है ये शब्द दर्ज है जिसका सिरलेख है मुंदावनी महला पंजवां। तो इसका पहले पाठ कर लेंगे हाँ। मुंदावनी महला पंजवां। थाल विच तीन वस्तु पईओ, सत संतोख विचारो। अमृत नाम ठाकुर का पयो, जिसका सबस आधारो। जेको खावै जेको पुंचै, तिसका होए उधारो। ये वस्त तजी न जाई, नित नित रख उतारो। तम संसार चरण लग तरिए, सब नानक ब्रह्म पसारो। इस शब्द तो असी सारे ही चंगी तरह नाल वाकफ भी हाँ, क्योंकि रोज़ शाम के जो रहरास था साड़ी नितनेम की बाणी है, उहदे विच भी इस शब्द का पाठ किया जाता है। मुंदावनी जो इहदा सिरलेख है, इहदे अर्थ समझण तो पहला एक होर शब्द है जिहदे अंदर ये मुंदावनी लफज इस्तेमाल होया है, और उस शब्द की वही एक श्लोक है, वो शब्दावली भी जड़ी है इस मुंदावनी वाले शब्द के नाल काफ़ी मिलती जुलती है। तो एक बारी उसका भी असी दर्शन कर लेंगे हाँ। गुरु अमरदास पातशाह का उच्चारण किया होया सोरठ की वार के अंदर श्लोक है, जिसका सिरलेख है श्लोक महला तीजा। तो एक बार वह भी पाठ सरवण कर लीए। थालै विच तै वस्तु पईओ, हर भोजन अमृत सार। जित खादै मन तृप्ति है, पाइयै मोख द्वार। ये भोजन अलभ है संतो, लभै गुर विचार। ये मुदावनी क्यों विचों कढ़ी है, सदा रखी है उर धार। ये मुदावनी सतगुरु भाई, गुरसिखा लद्दी भाल। नानक जिस बुझाए सो बुझ सी, हर पाया गुरमुख काल। तो आप जी ने नोटिस किया होगा कि भाई इस श्लोक का जो गुरु अमरदास पातशाह का सोरठ राग विच है, ਅਤੇ ਜਿਹੜਾ ਅੱਜ ਮੁਦਾਵਨੀ ਵਾਲਾ ਅਸੀਂ ਸ਼ਬਦ ਪੜ੍ਹਿਆ ਹੈ, ਉਹਨਾਂ ਦੇ ਵਿੱਚ ਕਾਫੀ ਸ਼ਬਦ ਜਿਹੜੇ ਹਨ ਮਿਲਦੇ ਜੁਲਦੇ ਹਨ, ਔਰ ਜੋ ਉਸ ਮੁਦਾਵਨੀ ਵਾਲਾ ਸਿਰਲੇਖ ਹੈ ਉਹਦਾ ਜ਼ਿਕਰ ਇਸ ਸ਼ਲੋਕ ਦੇ ਅੰਦਰ ਵੀ ਆਇਆ ਹੈ। तो ये मुदावनी जोड़ा लफज है, ये पहले अर्थ बारे विचार इस तरह है कि ये अर्थों के बारे भी वख-वख लिखारियां ने वख-वख अर्थ किए हैं। एक अर्थ मुदावनी का यह किया जाता है मुद लफज नूं लैके, मुद का अर्थ किया जाता है प्रसन्न करने वाली, खुश करने वाली, ते आत्मक प्रसन्नता देने वाली वस्तु। इहदा एक अर्थ तो यह किया जाता है। दूजा इहदा अर्थ किया जाता है मुंदावनी दे लफज नूं लैके कि जे किसी जिवें चीज़ नूं मुंद दिता जाए, भाव क्लोज कर दिता जाए, यानी कि एंड कर दिता जाए, तो ये उस काम वास्ते भी उस अर्थ में भी ये लफज वरत्या जाता है कि ये मुंद दी गई है, एक चीज़ नूं हुण मुका दिता है, इहनूं समाप्ति कर दी गई है। एक मुंद का अर्थ मोहर के अर्थां च भी किया जाता है कि जिमें किसी चीज़ के उत्ते सील लगा दी जाती है, वो भी ये मुंदन के
ਅਰਥਾਂ ਦੇ ਨਾਲ ਹੀ ਰਲਦਾ ਮਿਲਦਾ ਅਰਥ ਹੈ। ਮੁੰਦਣਾ, ਜਿਹਦਾ ਅਰਥ ਕੀਤਾ ਜਾਂਦਾ, ਜਿਵੇਂ ਇਹ ਐਗਜ਼ਾਮਪਲ ਦਿੱਤੀ ਜਾਂਦੀ ਹੈ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਰਾਜੇ ਮਹਾਰਾਜਿਆਂ ਦੇ ਵਾਸਤੇ ਜਦੋਂ ਭੋਜਨ ਤਿਆਰ ਕੀਤਾ ਜਾਂਦਾ ਸੀ ਤਾਂ ਉਹਨਾਂ ਨੂੰ ਸਿੱਧਾ ਉਹ ਭੋਜਨ ਖਾਣ ਵਾਸਤੇ ਦਿੱਤਾ ਨਹੀਂ ਸੀ ਜਾਂਦਾ। ਪਹਿਲਾਂ ਜਿਹੜਾ ਤਿਆਰ ਕਰਨ ਵਾਲਾ ਸੀਗਾ, ਰਸੋਈਆ ਜਾਂ ਮਹਾਰਾਜ, ਜਿਹੜਾ ਵੀ ਬੰਦਾ ਤਿਆਰ ਕਰਦਾ ਸੀ, ਉਹ ਭੋਜਨ ਨੂੰ ਤਿਆਰ ਕਰਕੇ ਜਿਸ ਭਾਂਡੇ ਵਿੱਚ ਉਸ ਨੂੰ ਪਾਉਂਦਾ ਸੀਗਾ, ਉਸ ਨੂੰ ਸੀਲ ਬੰਦ ਕਰ ਦਿੰਦਾ ਸੀਗਾ ਕਿ ਤਾਂ ਕਿ ਉਹਦੇ ਨਾਲ ਕੋਈ ਹੋਰ ਬੰਦਾ ਛੇੜਛਾੜ ਨਾ ਕਰ ਸਕੇ। ਉਹ ਸੀਲ ਉਹਦੇ ਤੇ ਲਗਾ ਦਿੱਤੀ ਜਾਂਦੀ ਸੀ। ਫਿਰ ਉਹ ਸੀਲ ਬੰਦ ਜਿਹੜਾ ਭਾਂਡਾ ਹੈ ਉਹ ਰਾਜੇ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਸੀਗਾ। ਉਹਦੇ ਸਾਹਮਣੇ ਹੀ ਉਹਦੇ ਅੱਗੋਂ ਜਿਹੜੇ ਕਰਿੰਦੇ ਸਨ ਉਹ ਉਸ ਸੀਲ ਨੂੰ ਖੋਲ ਕੇ ਫਿਰ ਉਸ ਭੋਜਨ ਨੂੰ ਉਹ ਪਰੋਸਦੇ ਸਨ, ਤੇ ਤਾਂ ਉਹਨੂੰ ਫਿਰ ਕੋਈ ਅੱਗੋਂ ਹੋਰ ਪਹਿਲੇ ਟੈਸਟ ਕਰਦਾ ਸੀ ਤੇ ਫਿਰ ਉਹ ਰਾਜਾ ਜਿਹੜਾ ਹੈ ਭੋਜਨ ਛਕਦਾ ਸੀ। ਤੇ ਜਿਹੜੀ ਉਹ ਭੋਜਨ ਦੇ ਭਾਂਡੇ ਦੇ ਉੱਪਰ ਸੀਲ ਲਗਾਈ ਜਾਂਦੀ ਸੀ, ਉਸ ਜਾਂ ਸੀਲ ਨੂੰ ਜਾਂ ਮੋਹਰ ਨੂੰ, ਉਹਨੂੰ ਵੀ ਮੁੰਦਣਾ ਕਿਹਾ ਜਾਂਦਾ ਸੀਗਾ। ਇਸ ਸੈਂਸ ਵਿੱਚ ਉਹਨੂੰ ਇਹ ਮੁਦਾਵਨੀ ਲਫ਼ਜ਼ ਉਹਦੇ ਵਾਸਤੇ ਵਰਤਿਆ ਜਾਂਦਾ ਸੀ। ਮੁਦਾਵਨੀ ਦਾ ਇੱਕ ਅਰਥ ਹੋਰ ਵੀ ਪ੍ਰਚਲਿਤ ਹੈ ਬੜਾ, ਉਹਦਾ ਵੀ ਖਾਣੇ ਦੇ ਨਾਲ ਸੰਬੰਧ ਹੈ ਕਿ ਆਮ ਤੌਰ ਤੇ ਮੁਦਾਵਨੀ ਇੱਕ ਬੁਝਾਰਤ ਦੇ ਰੂਪ ਦੇ ਵਿੱਚ ਪਾਈ ਜਾਂਦੀ ਸੀ ਤੇ ਇਹ ਖਾਸ ਤੌਰ ਤੇ ਵਿਆਹਾਂ ਦੇ ਮੌਕੇ ਦੇ ਉੱਤੇ ਜਿਹੜੀ ਜਦੋਂ ਬਰਾਤ ਆਉਂਦੀ ਸੀ ਤਾਂ ਜਿਹੜੇ ਲੜਕੀ ਵਾਲੇ ਘਰ ਦੇ ਬੰਦੇ ਹੁੰਦੇ ਸੀਗੇ ਉਹ ਖਾਣਾ ਪਰੋਸਣ ਦੇ ਨਾਲ ਪਹਿਲਾਂ ਇੱਕ ਬੁਝਾਰਤ ਵੀ ਪਾ ਦਿੰਦੇ ਸਨ ਬਰਾਤ ਨੂੰ। ਉਹਨਾਂ ਨੂੰ ਕਹਿੰਦੇ ਸੀ ਵੀ ਇਹ ਬੁਝਾਰਤ ਜਿਹੜੀ ਹੈ ਇਹਦਾ ਜਵਾਬ ਲੱਭੋ ਤੇ ਤਾਂ ਇਹ ਖਾਣਾ ਤੁਸੀਂ ਖਾ ਸਕਦੇ ਹੋ, ਨਹੀਂ ਤਾਂ ਖਾਣਾ ਨਹੀਂ ਖਾ ਸਕਦੇ ਤੁਸੀਂ। ਤੇ ਫਿਰ ਇਹ ਆਮ ਤੌਰ ਤੇ ਉਹਨਾਂ ਨੂੰ ਇਹ ਬੁਝਾਰਤ ਕੋਈ ਪਾ ਕੇ ਉਹਦਾ ਹੱਲ ਪੁੱਛਿਆ ਜਾਂਦਾ ਸੀ ਤੇ ਫਿਰ ਜੇ ਉਹ ਜਵਾਬ ਦੇ ਦਿੰਦੇ ਸੀਗੇ ਤੇ ਤਾਂ ਉਹ ਖਾਣਾ ਖਾਂਦੇ ਸੀਗੇ, ਨਹੀਂ ਤਾਂ ਉਹਨਾਂ ਨੂੰ ਉਡੀਕਣਾ ਪੈਂਦਾ ਸੀਗਾ ਜੀ, ਹਾਂ ਆਪਣੀ ਹਾਰ ਮੰਨਣੀ ਪੈਂਦੀ ਸੀ ਤੇ ਤਾਂ ਉਹਨਾਂ ਨੂੰ ਖਾਣਾ ਮਿਲਦਾ ਸੀਗਾ। ਤੇ ਉੱਥੇ ਮੁਦਾਵਨੀ ਦਾ ਅਰਥ ਜਿਹੜਾ ਹੈ ਕਿ ਬੁਝਾਰਤ ਜਾਂ ਅੜਾਉਣੀ, ਇਸ ਅਰਥ ਦੇ ਵਿੱਚ ਉਹਨੂੰ ਵਰਤਿਆ ਜਾਂਦਾ ਹੈ। ਤੇ ਜਿਹੜੇ ਵੱਖ-ਵੱਖ ਟੀਕਾਕਾਰਾਂ ਨੇ ਇਹ ਸ਼ਲੋਕ ਮਹਿਲਾ ਤੀਜਾ ਵਾਲਾ ਜਿਹੜਾ ਸ਼ਲੋਕ ਹੈ ਔਰ ਜਿਹੜਾ ਮੁਦਾਵਨੀ ਵਾਲਾ ਸ਼ਬਦ ਅਸੀਂ ਅੱਜ ਪੜ੍ਹਿਆ ਹੈ, ਇਹਦੇ ਅਰਥ ਕਰਨ ਲੱਗਿਆਂ ਇਹ ਮੁਦਾਵਨੀ ਦੇ ਇਸ ਤਰੀਕੇ ਦੇ ਤਿੰਨ ਵੱਖੋ ਵੱਖਰੇ ਅਰਥਾਂ ਨੂੰ ਵਰਤਿਆ ਹੈ। ਸੋ ਇੱਕ ਬੁਝਾਰਤ ਦੇ ਰੂਪ ਵਿੱਚ ਜਿਨ੍ਹਾਂ ਨੇ ਅਰਥ ਕੀਤਾ ਹੈ ਉਹਨਾਂ ਨੇ ਇੱਕ ਸਵਾਲੀਆ ਫਿਕਰਾ ਉਹਨੂੰ ਬਣਾ ਦਿੱਤਾ ਹੈ ਕਿ ਜੀ ਦੱਸੋ ਭਲਾ ਇਹ ਕਿਹੜਾ ਥਾਲ ਹੈ ਜਿਹਦੇ ਵਿੱਚ ਇਹ ਤਿੰਨ ਵਸਤੂਆਂ ਪਈਆਂ ਹੋਈਆਂ ਨੇ। ਇਸ ਤਰੀਕੇ ਦੇ ਨਾਲ ਉਹਨਾਂ ਨੇ ਅਰਥ ਕੀਤੇ ਨੇ। ਕਈਆਂ ਨੇ ਇਸ ਨੂੰ ਸਿੱਧੇ ਸਿੱਧੇ ਅਰਥਾਂ 'ਚ ਕੀਤਾ ਹੈ ਕਿ ਥਾਲ ਵਿੱਚ ਜਿਹੜੀਆਂ ਤਿੰਨ ਵਸਤੂਆਂ ਪਈਆਂ ਨੇ, ਸਤ ਸੰਤੋਖ ਵਿਚਾਰ, ਜਿਸ ਤਰ੍ਹਾਂ ਮੁਦਾਵਨੀ ਵਾਲੇ ਸ਼ਬਦ ਵਿੱਚ ਆਇਆ ਹੈ, ਤਾਂ ਉਸ ਤਰੀਕੇ ਨਾਲ ਇਹਦਾ ਅਰਥ ਕੀਤਾ ਹੈ। ਤੇ ਉਹਨੂੰ ਮੁਦਾਵਨੀ ਲਫ਼ਜ਼ ਨੂੰ ਇਹ ਲੈ ਕੇ ਕਿ ਵੀ ਇਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਦਰਜ ਹੋਈ ਹੈ ਇਹ ਉਸ ਦਾ ਐਂਡ ਹੈ, ਇੱਥੇ ਇਹਨੂੰ ਮੁੱਢ ਦਿੱਤਾ ਗਿਆ ਹੈ ਤੇ ਇਸ ਤੋਂ ਅੱਗੇ ਹੁਣ ਹੋਰ ਕੋਈ ਬਾਣੀ ਜਿਹੜੀ ਹੈ ਉਹ ਦਰਜ ਨਹੀਂ ਹੋਣੀ। ਕੇਵਲ ਸ਼ੁਕਰਾਨੇ ਦਾ ਜਿਹੜਾ ਸ਼ਬਦ ਹੈ ਸ਼ਲੋਕ ਮਹਿਲਾ ਪੰਜਵਾਂ, ਜਿਹੜਾ ਇਸ ਤੋਂ ਬਾਅਦ ਅਸੀਂ ਵਿਚਾਰਨਾ ਹੈ, ਤੇਰਾ ਕੀਤਾ ਜਾਤੋ ਨਹੀਂ, ਤੇ ਇੱਥੇ ਹੀ ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ ਹੈ। ਤੇ ਉਹ ਇਸ ਸਿਰਲੇਖ ਨੂੰ ਆਪਣੇ ਇਸ ਆਰਗੂਮੈਂਟ ਵਾਸਤੇ ਵੀ ਇਸਤੇਮਾਲ ਕਰਦੇ ਹਨ ਕਿ ਮੁਦਾਵਨੀ ਤੋਂ ਬਾਅਦ ਹੁਣ ਹੋਰ ਕੋਈ ਬਾਣੀ ਨਹੀਂ ਹੈ ਸਿਵਾਏ ਸ਼ੁਕਰਾਨੇ ਦੇ ਸ਼ਬਦ ਦੇ, ਤੇ ਇਸ ਕਰਕੇ ਰਾਗਮਾਲਾ ਆਦਿਕ ਜੋ ਹੈ ਉਹ ਬਾਣੀ ਜਿਹੜੀ ਹੈ ਬਾਅਦ ਵਿੱਚ ਪਾਈ ਗਈ ਹੈ। ਤਾਂ ਹੁਣ ਉਹ ਇਸ ਗੱਲ ਤੇ ਆਪਣਾ ਇਹਨੂੰ ਵੀ ਆਰਗੂਮੈਂਟ ਦੇ ਤੌਰ ਦੇ ਉੱਤੇ ਯੂਜ਼ ਕਰ ਲੈਂਦੇ ਹਨ। ਕੁਝ ਇੱਕ ਨੇ ਇਹਦੇ ਅਰਥ ਮੁਦਾਵਨੀ ਦੇ ਕੀਤੇ ਹਨ ਕਿ ਖੁਸ਼ ਕਰਨ ਵਾਲੀ ਜਾਂ ਆਤਮਕ ਆਨੰਦ ਦੇਣ ਵਾਲੀ ਇਹ ਸਿਫਤ ਸਲਾਹ ਦੀ ਖੁਰਾਕ ਹੈ। ਤੇ ਉਸ ਖੁਰਾਕ ਨੂੰ ਉਹਨਾਂ ਨੇ ਇਸ ਥਾਲ ਦੇ ਨਾਲ ਇਸਤੇਮਾਲ ਕਰਕੇ ਇਹਦੇ ਅਰਥ ਇਸ ਤਰੀਕੇ ਨਾਲ ਕੀਤੇ ਹਨ। ਸੋ ਮੁਦਾਵਨੀ ਦੇ ਅਰਥ ਕੀ ਕੀਤੇ ਜਾਣ ਜਦੋਂ ਇਹ ਤਿੰਨ ਤਰੀਕੇ ਦੇ ਅਰਥ ਨੇ, ਤੋ ਇਹਨਾਂ ਤੇ ਜ਼ਰੂਰ ਹੈ ਕਿ ਜਿਸ ਤਰ੍ਹਾਂ ਅਸੀਂ ਹੁਣੇ ਜਿਹੜਾ ਦੂਸਰਾ ਸ਼ਲੋਕ ਦੇਖਿਆ ਹੈ, ਇੱਕ ਵਾਰੀ ਫਿਰ ਉਸ ਨੂੰ ਦੁਬਾਰਾ ਡਿਸਪਲੇ ਕਰਾ ਲੈਂਦੇ ਹਾਂ ਕਿ ਥਾਲੇ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ, ਜਿਤ ਖਾਧੈ ਮਨ ਤ੍ਰਿਪਤੀ ਹੈ ਪਾਈਐ ਮੋਖ ਦੁਆਰ, ਇਹ ਭੋਜਨ ਅਲੱਭ ਹੈ ਸੰਤੋ ਲੱਭੈ ਗੁਰ ਵਿਚਾਰ, ਇਹ ਮੁਦਾਵਨੀ ਕਿਉਂ ਵਿੱਚੋਂ ਕੱਢੀ ਹੈ ਸਦਾ ਰੱਖੀਐ ਉਰ ਧਾਰ, ਇਹ ਮੁਦਾਵਨੀ ਸਤਿਗੁਰੂ ਭਾਈ
ਗੁਰਸਿੱਖਾਂ ਲੱਦੀ ਪਹਾਲ, ਨਾਨਕ ਜਿਸ ਬੁਝਾਏ ਸੋ ਬੁਝ ਸੀ, ਹਰ ਪਾਇਆ ਗੁਰਮੁਖ ਕਾਲ। ਹੁਣ ਇਹਦੇ ਵਿੱਚ ਜੋ ਸ਼ਬਦਾਵਲੀ ਆਈ ਹੈ ਕਿ ਮੁਦਾਵਨੀ ਕਿਉਂ ਕੱਢੀਏ, ਗੁਰੂ ਨੇ ਪਾਈ ਹੈ, ਗੁਰਸਿੱਖਾਂ ਨੇ ਇਹਨੂੰ ਲੱਭ ਲਿਆ ਹੈ, ਜਿਸ ਨੂੰ ਬੁਝਾਉਂਦਾ ਹੈ ਉਹੀ ਬੁਝ ਸਕਦਾ ਹੈ। तो ये लफ्ज ਜਿਹੜੇ ਨੇ ਕੋਈ ਥੋੜੇ ਜਿਹੇ ਬੁਝਾਰਤ ਦੇ ਅਰਥਾਂ ਵਾਲੇ ਪਾਸੇ ਜੋ ਹੈ ਉਹ ਇਸ਼ਾਰਾ ਕਰਦੇ ਹਨ। तो जिस तरह एक मर्यादा भी जी मैं आप जी नाल डिस्कस की है कि भाई विआहां दे विच जिहड़ी रस्म है कि भाई वो बुझारत जब तक ना बुझी जाए तब तक वो खाना नहीं सी खान देंगे। तो खाने दे नाल भी इस बुझारत का जो है संबंध इस तरीके नाल जुड़िया होया है। तो कई लोगों ने इस गल नूं जोड़ के ये आख्या है कि भाई जद तक ये बुझारत ना बुझ ली जाए गुरु की कृपा दे नाल तद तक इस गुरु ग्रंथ साहब रूपी थाल दे विचों ये भोजन नूं छकिया नहीं जा सकता। इस तरीके नाल भी कईयां ने इसकी व्याख्या की है। तो पर जे मुदावनी दे जिस तरह अर्थ प्रोफेसर साहब सिंह जी ने जो कीते हैं वो कीते हैं कि ये आत्मक प्रसन्नता देने वाली वस्तु है। जे वो अर्थ किए जान तो इत्थे भी श्लोक के अंदर भी और अगे जिहड़ा अखीरला श्लोक है मुदावनी मज का सिरलेख है तो उत्थे भी ये अर्थ फिर ये आत्मक प्रसन्नता देने वाली वस्तु के रूप में ही अर्थ जिहड़े हैं वो उन्होंने दोनों जगह कीते ने कि भाई गुरु की बाणी जिहड़ी है गुरु ग्रंथ साहब रूपी थाल दे विच जो गुरु साहब ने बाणी परोस के साडे वास्ते मनुखता के कल्याण वास्ते दिती है वो सब जीवां नूं आत्मक प्रसन्नता देने वाली बाणी है और ये विचों आत्मक जीवन का रस प्राप्त हुंदा है। तो इस सेंस दे विच प्रोफेसर साहब सिंह ने अर्थ कीते हैं। तो हुण मुदावनी महला पंजवां तो असी ये अर्थ फिर जो है जो डिफरेंट विद्वानों ने कीते ने उन्होंने ही शेयर करके मैं लेकिन हुण एक अर्थ के उत्ते निबेड़ा तो करना पएगा सानू कि भाई की अर्थ ले जान। तो जिवें साडा सिस्टम चलता आ रहा है कि जिथे कोई ज़्यादा ही कोई दुविधा ना आवे उत्थे असी प्रोफेसर साहब सिंह के दर्पण के कीते हुए अर्थां नूं ही फॉलो करते हाँ। जे कोई ज़्यादा उन्हां अर्थां दे समझण दे विच दिक्कत आंदी होवे फिर ही आस पास के अर्थ दूजे जिहड़े हैं उन्होंने असीं विचार के ते फिर उन्हां विचों कोई चोन कर लेंदे हाँ। पर जद तक दर्पण विच दिते हुए अर्थां दे नाल कोई दुविधा ना खड़ी हुंदी होवे कोई सिद्धांतक औकड़ ना आंदी होवे तां असीं दर्पण दे अर्थ ही फॉलो करते हाँ। तो फिर इस दे अर्थ मुदावनी दे असीं यही समझ के अगे चलांगे कि ये आत्मक प्रसन्नता देने वाला जो गुरबाणी रूपी भोजन साडे सामने परोसिया गया है ये उसके बारे ही गल की जा रही है। तो मुदावनी का अर्थ है वो वस्तु जिस दे नाल आत्मक प्रसन्नता प्राप्त होंदी है मुदावनी है। तो अगे हुण गुरु साहब फरमा रहे हैं कि थाल विच तीन वस्तु पईओ सत संतोख विचारो। तो ये पढ़ के बड़े सीधे सीधे अर्थ समझ भी आ जाते हैं कि इस थाल दे विच तीन वस्तुआं पईआं होईआं हन सत है संतोख है अते विचार है। सत तो भाव सच भी किया जा रहा है बहुता करके कईयां ने इस तो भी सत दे भी थोड़े जे कोई वखरे अर्थ किए हैं। संतोख जो जिदा आम अर्थ सब नूं पता ही है संतोख लालच तो रहत अवस्था अते विचार जो गुरबाणी दी गुरु के उपदेश की विचार। तो थाल दे अर्थ जिहड़े हन उहदे वास्ते भी हुण वख-वख विद्वानां दे विच वख-वख मत हन। प्रोफेसर साहब सिंह ने जो अर्थ कीते हैं वो हिरदे रूपी थाल दे कीते हैं ते कुछ विद्वानां ने इसनूं गुरु ग्रंथ साहब रूपी थाल दे अर्थां दे विच लिया है। पर कईयां ने जिन्हां ने मुदावनी महला पंजवां दे अंदर थाल दे अर्थ गुरु ग्रंथ साहब रूपी थाल कीते हैं उन्होंने सोरठ राग वाले श्लोक दे विच उसे थाल दे अर्थ हिरदे रूपी थाल भी कर दिते हैं। जिहड़ा सोरठ राग के अंदर श्लोक महला तीजा है जिथे थाले विच तै वस्तु पईओ की गल आई है हालांकि उहदे विच भी शब्दावली तकरीबन सिमिलर ही है। थाले विच
ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ। ਉੱਥੇ ਵੀ ਨਾਮ ਰੂਪੀ ਅੰਮ੍ਰਿਤ ਦੇ ਭੋਜਨ ਦੀ ਗੱਲ ਕੀਤੀ ਗਈ ਹੈ। ਥਾਲ ਵਿੱਚ ਤਿੰਨ ਵਸਤੂਆਂ ਦੀ ਗੱਲ ਕੀਤੀ ਗਈ ਹੈ ਤੇ ਉੱਥੇ ਲੇਕਿਨ ਥਾਲ ਦੇ ਅਰਥ ਜਿਹੜੇ ਹਨ ਉਹਨਾਂ ਨੇ ਹਿਰਦੇ ਰੂਪੀ ਥਾਲ ਕੀਤੇ ਹਨ ਕਿ ਇਸ ਹਿਰਦੇ ਰੂਪੀ ਥਾਲ ਦੇ ਅੰਦਰ ਇਹ ਅੰਮ੍ਰਿਤ ਨਾਮ ਦੀ ਵਸਤੂ ਟਿਕਦੀ ਹੈ ਆ ਕੇ। ਪਰ ਮੁਦਾਵਨੀ ਦੇ ਅੰਦਰ ਕਿਉਂਕਿ ਇਹਦੀ ਜੋ ਪੋਜੀਸ਼ਨ ਹੈ ਜਿੱਥੇ ਸ਼ਬਦ ਅੰਕਿਤ ਹੈ ਉੱਥੇ ਲੋਕਾਂ ਨੂੰ ਇਹਦੇ ਜ਼ਿਆਦਾ ਸੂਟੇਬਲ ਲੱਗਦਾ ਹੈ ਕਿ ਵੀ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਦੀ ਗੱਲ ਜ਼ਿਆਦਾ ਢੁਕਦੀ ਹੈ ਕਿ ਸਮਾਪਤੀ ਦੇ ਉੱਤੇ ਇਹ ਬਾਣੀ ਦੇ ਬਾਰੇ ਹੀ ਗੱਲ ਕੀਤੀ ਜਾ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਹੈ ਜਿਹਦੇ ਅੰਦਰ ਇਸ ਬਾਣੀ ਦੇ ਰਾਹੀਂ ਸਤ ਸੰਤੋਖ ਤੇ ਵਿਚਾਰ ਇਹ ਤਿੰਨ ਵਸਤੂਆਂ ਜਿਹੜੀਆਂ ਇਹਦੇ ਅੰਦਰ ਹਨ ਜਿਨ੍ਹਾਂ ਦੀ ਵਿਚਾਰ ਅਸੀਂ ਕਰਨੀ ਹੈ। ਤੋ ਲੇਕਿਨ ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਸਿੰਘ ਨੇ ਜੋ ਅਰਥ ਕੀਤੇ ਹਨ ਉਹਨਾਂ ਨੇ ਇਸ ਤਰੀਕੇ ਨਾਲ ਲਿਖਿਆ ਹੈ ਕਿ ਉਸ ਮਨੁੱਖ ਦੇ ਹਿਰਦੇ ਥਾਲ ਵਿੱਚ ਉੱਚਾ ਆਚਰਨ ਸੰਤੋਖ ਅਤੇ ਆਤਮਿਕ ਜੀਵਨ ਦੀ ਸੋਝੀ ਇਹ ਤਿੰਨ ਵਸਤੂਆਂ ਟਿਕੀਆਂ ਰਹਿੰਦੀਆਂ ਹਨ। ਜਿਸ ਮਨੁੱਖ ਦੇ ਹਿਰਦੇ ਰੂਪੀ ਥਾਲ ਦੇ ਵਿੱਚ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਵਸ ਜਾਂਦਾ ਹੈ। ਇਹ ਅੰਮ੍ਰਿਤ ਨਾਮ ਐਸਾ ਹੈ ਕਿ ਇਸ ਦਾ ਸਹਾਰਾ ਇਸ ਦਾ ਆਸਰਾ ਹਰੇਕ ਜੀਵ ਲਈ ਜ਼ਰੂਰੀ ਹੈ। ਇਸ ਆਤਮਿਕ ਭੋਜਨ ਨੂੰ ਜੇ ਕੋਈ ਮਨੁੱਖ ਸਦਾ ਖਾਂਦਾ ਰਹਿੰਦਾ ਹੈ ਤਾਂ ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਅ ਹੋ ਜਾਂਦਾ ਹੈ। तो उन्होंने हिरदे रूपी गल दी और मनुख के बचाव की गल की है। पर जेडे गल करते हैं गुरु ग्रंथ साहब रूपी थाल दे अगों जाके गल उन्होंने भी फिर उत्थे आ जाती क्योंकि अल्टीमेटली गल तो गुरबाणी नूं पढ़ना तो इंसान ने ही है और मनुख ने ही पढ़ के ये विचों अपने आत्मिक जीवन के वास्ते इसनूं ग्रहण करना है, इसनूं फॉलो करना है, ये उत्ते अमल करना है। और जो खान और पुंचन की गल हो रही है वो भी इसे सेंस ही हो रही है कि इस बाणी दे विचार करके इसनूं अंडरस्टैंड करके चंगी तरह नाल इहनूं अपने अंदर टिका लेना। पुंचन का भाव हुंदा है जज़ब कर लेना, उहदा स्वाद मान लेना। तो स्वाद मानिया जा सकता है बाणी का जे उहदी भावना हिरदे के अंदर टिक जाए और मन उसके विचारों के नाल सहमत हो जाए, मन जाए। तो मन का मनना जो है खाना तो भाव है अंडरस्टैंड कर लेना, उसकी सोझी हो जानी, तो पुंचा तो भाव है उसके नाल सहमति हो जानी, मन का उहदे नाल सहमत हो जाना, मन का मन जाना, ता ही स्वाद उसका मानिया जा सकता है। तो मनुखी मन के वास्ते ये तीनों वस्तुआं जड़ियां सत संतोख अते विचार ये जरूरी हैं जे जिन्होंने अपने हृदय में टिका के रखे। तो थाल विच तीन वस्तु पईओ सत संतोख विचारो अमृत नाम ठाकुर का पयो जिसका सबस आधारो। ये नाम की बरकत के नाल ही प्रभु की बख्शिश के नाल ही ये प्राप्ति हुंदी है ते इंसान अपने हृदय के अंदर सत संतोख अते विचार नूं टिका के रख सकता है। ये प्रभु का नाम है ही ऐसा जिदा सब जीवां नूं जिदा सहारा है, जिदा आधार है, जिदे बगैर कोई भी इंसान जिहड़ा है वो आत्मक तौर के उत्ते जीवदा नहीं रह सकता। एक चीज़ मैं इत्थे होर साझी करनी चाहता सी, है नहीं सामने, खैर। सो जे को खावे जे को पुंचै तिसका होए उधारो। सो जेड़ा भी इस बाणी नूं खा के पुंचदा है भाव इसनूं समझ के यदि विचार करके अपने मन के अंदर इनू टिका लैंदा है, इसनूं समझ लैंदा है, उसका विकारां तो उधार हो जाता है। सो इस तो अगे
है, ये वस्त तजी न जाई, नित नित रख उर तारो। ये नाम वस्तु जिहड़ी है, अमृत रूपी वस्तु जिहड़ी है, ये त्यागी नहीं जा सकती, तजी ना जाई, इनू तजिया नहीं जा सकता, इसका त्याग नहीं किया जा सकता। इस करके इसनों सदा ही अपने हिरदे विच सांभ के रखो। उर दा अर्थ है हिरदा, तारो दा अर्थ है इसनों हिरदे दे विच टिका के रखो। तो प्रभु का नाम ऐसा है जिहड़ा सदा ही अपने हिरदे दे विच टिका के रखना चाहिए है, नहीं तो इस तो टुट के इंसान फिर माया के प्रभाव के अधीन आ जाता है। तो जिहड़ा ये उधार की गल हुई है, जिसका होए उधारो, ये उधार का भाव यही है कि वह विकारां तो उच्चा उठ जाता है। तो वो कंटीन्यूअसली ਉਹਦੇ ਤੋਂ ਬਚਾਅ ਵਾਸਤੇ ਉਹਦੇ ਕਿ ਮੁੜ ਕੇ ਉਹਨਾਂ ਦੇ ਵਿੱਚ ਨਾ ਗਰਕ ਹੋ ਜਾਵੇ, ਇਸ ਵਾਸਤੇ ਇਹ ਵਸਤੂ ਜਿਹੜੀ ਹੈ ਨਿਤ ਨਿਤ ਰੱਖ ਔਰ ਤਾਰੋ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਕਿ ਇਸ ਪ੍ਰਭੂ ਦੀ ਸਿਫਤ ਸਲਾਹ ਰੂਪੀ ਜੋ ਨਾਮ ਹੈ, ਇਸ ਨੂੰ ਨਿਤ ਨਿਤ ਹੀ ਆਪਣੇ ਹਿਰਦੇ ਦੇ ਵਿੱਚ ਸਾਂਭ ਕੇ ਰੱਖੋ। तो इस नाम की बरकत के नाल ही तम संसार चरण लग तरिए, सब नानक ब्रह्म पसारो। ये जो तम तम का अर्थ होंदा है अंधेरा, अंधेरे रूपी अंधकार रूपी जो संसार है, जो अज्ञानता रूपी संसार है, जिहदे विच प्रभु के ज्ञान तो विहूणे लोग हन, जिन्होंने प्रभु का ज्ञान नहीं है, इस अंधकार रूपी संसार के अंदर चरण लग तरी है, प्रभु की शरण च पै के ही इस संसार सागर तो तरिया जा सकता है। इस संसार को सागर की तुलना भी इसे करके दी गई है कि ये जो नाम तो टुटे हुए लोग अज्ञानता दे विच विचरदे हुंदे हन, वो सारे विकारां दे विच ही डोलदे हन, ते विकारां दे विच फसे हुए इस तरीके दे नाल झटके खाते हैं, डोलते हैं, जिवें कोई समुद्र दे विच बंदा अनजान पै जाए तो उन्होंने दिन तरना ना आंदा होवे, तो फिर वो समुद्र की लहरां दे विच ही डके डोले खाता रहता है और गर्क हो जाता है। तो इस अंधकार रूपी अज्ञानता रूपी सरोवर के विचों उभरन वास्ते उहदा उद्धार हो जाए इंसान का, उहदा तरीका गुरु साहब समझा रहे हैं कि तम संसार चरण लग तरी है। चरण लग तरीए, चरण दा लग तरीए तो अखरी अर्थ आन कि ਉਹਦੇ ਚਰਨਾਂ ਦੇ ਨਾਲ ਜੁੜ ਕੇ, पर किदे चरणों की गल हो रही है? गल हो रही है प्रभु के चरणों की। और ये गल तो गुरबाणी की जो सिक्ख्या सानू बार बार यही मिलती है कि प्रभु तो आकार तो रहत है, तो फिर ਉਹਦੇ चरण किहड़े हैं? तो प्रभु के चरण हैं जिहड़े वो हैं उसका नाम ही, उसदे याद जिहड़ी है वही चरण हैं जिन्हां नूं अपने हिरदे विच टिकाणा है। होर कोई ऐसे स्थूल चरण नहीं हैं कि जिन्हां नूं लैके असीं अपने हिरदे दे विच टिका सकते हैं, तो या जिन्हां दे नाल जुड़ सकते हैं। तो चरण लगन तो भाव है उसकी शरण विच पैना, उसकी सिफत सलाह दे नाल जुड़ना, उहदे अगे अपने आप नूं समर्पित कर देना। तम संसार चरण लग तरीए, सब नानक ब्रह्म पसारो। तो फिर जिहड़ा अपने आप नूं इस तरह प्रभु दे अगे समर्पित कर दिंदा है, तो उसनूं ये सारे पासे ही उस परमात्मा दे आपे दा प्रकाश, उस ब्रह्म दा पसारा ही नज़र आन लग पैंदा है। फिर उसनूं इहदे विच कोई शंका नहीं रह जांदा कि वो प्रभु सर्व व्यापक है, हर घट घट विच मौजूद है, हर जीव के अंदर उसकी जोत है, हर पासे उसदा पसारा है। कोई भी दुनिया च सृष्टि दे विच, इस यूनीवर्स दे विच कोई भी ऐसी थां नहीं है जिथे उस प्रभु की जोत का पसारा ना हो। सब नानक ब्रह्म पसारो। तो ये सब पसारा जो है उस ब्रह्म का ही है, और आप उसने अपने आप को टिका के रखा होया है। तो इस गल की सोझी भी उसकी शरण च पिया उहदे चरणों नाल लगिया ही प्राप्त होंदी है। तो ये जो थाल विच तीन वस्तुआं पईयां हन, ये सानू एक मीनस प्रोवाइड करदियां हन जो इस बाणी के राही कि असी उस प्रभु के नाल सिफत सलाह के नाल जुड़ सकीए, अपने आप नूं उहदे शरण विच समर्पित कर सकीए। उस नाम के नाल जुड़न दे वास्ते ये जो बाणी है ये साडी अगवाई भी करती है और सानू एक तरीका दसदी है, एक मार्ग देंदी है जिस राही असी उस प्रभु के नाल जुड़ सकते हैं, उस नाम नूं, उसदी सिफत सलाह नूं अपने हिरदे विच टिका सकते हैं।
जो जो ऑपरेटिव पार्ट है उसका वो यही है कि जे को खावे जे को पुंचै तिसका होए उधारो। ਜਿਹੜਾ ਵੀ ਇਸ ਵਸਤੂ ਦੇ ਨਾਲ, ਇਸ ਨਾਮ ਅੰਮ੍ਰਿਤ ਦੇ ਨਾਲ ਜੁੜ ਕੇ ਇਸ ਦਾ ਰਸ ਮਾਣਦਾ ਹੈ, ਇਸ ਨੂੰ ਆਪਣੇ ਅੰਦਰ ਟਿਕਾ ਲੈਂਦਾ ਹੈ, ਆਪਣੇ ਮਨ ਨੂੰ ਮਨਾ ਲੈਂਦਾ ਹੈ, ਉਹਦਾ ਇਹਨਾਂ ਵਿਕਾਰਾਂ ਤੋਂ ਬਚਾਅ ਹੋ ਜਾਂਦਾ ਹੈ, ਉਧਾਰ ਹੋ ਜਾਂਦਾ ਹੈ। ਔਰ ਫਿਰ ਇਹ ਐਸੀ ਚੀਜ਼ ਹੈ ਕਿ ਜਿਸ ਨੂੰ ਇੱਕ ਵਾਰੀ ਮੰਨ ਲਵੋ ਤੇ ਫਿਰ ਇਸ ਨੂੰ ਛੱਡਿਆ ਨਹੀਂ ਜਾ ਸਕਦਾ। ਇਹ ਸਦੀਵੀ ਰਸ ਦੇਣ ਵਾਲੀ ਵਸਤੂ ਹੋ ਨਿਬੜਦੀ ਹੈ। ਔਰ ਇਸ ਕਰਕੇ ਗੁਰੂ ਸਾਹਿਬ ਨੇ ਪ੍ਰੇਰਨਾ ਕੀਤੀ ਹੈ ਕਿ ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖ ਔਰ ਤਾਰੋ। ਆਪਣੇ ਹਿਰਦੇ ਵਿੱਚ ਇਸ ਨੂੰ ਪੱਕਾ ਟਿਕਾ ਕੇ ਰੱਖੋ, ਤਾਂ ਹੀ ਇਹ ਜੋ ਗੱਲ ਜਿਹੜੀ ਹੈ ਤੁਹਾਡੇ ਹਿਰਦੇ ਦੇ ਵਿੱਚ ਚੰਗੀ ਤਰ੍ਹਾਂ ਨਾਲ ਸਪਸ਼ਟ ਹੋ ਕੇ ਟਿਕ ਜਾਏਗੀ ਕਿ ਸਾਰਾ ਪਸਾਰਾ ਉਸ ਬ੍ਰਹਮ ਦਾ ਹੀ ਹੈ। ਉਹ ਪ੍ਰਭੂ ਆਪ ਸਰਵ ਵਿਆਪਕ ਹੈ ਤੇ ਇੱਥੇ ਸਭ ਜਗ੍ਹਾ ਤੇ ਉਹ ਮੌਜੂਦ ਹੈ। तो ये मुदामनी का जो शब्द है, इसके अंदर जो गुरु ग्रंथ साहब का सारी बाणी का एक कॉमन थ्रेड है, वो है नाम के नाल जुड़ना, नाम नू हिरदे दे विच वसाना ते माया दे जिदे राही माया के प्रभाव तो उच्चा उठिया जा सकता है। वही सुनिया इस कंक्लूडिंग मुदामनी वाले शब्द भी गुरु साहब ने दिता है। तो इस करके जिहड़ा लोग इसनूं ये समझते हैं कि भाई ये सील बंद की, मोहर ला दी है गुरु साहब ने कि भाई ये अखीर के उत्ते जो कंक्लूजन है वो इस शब्द के अंदर उन्होंने दे दिता है। तो इस तो बाद का जिहड़ा श्लोक है वो शुकराने का, प्रभु की सिफत सलाह का श्लोक है। श्लोक महला पंजवां। तेरा कीता जातो नाही, मैनो जोग की तोई, मैं निर्गुण आरे को गुण नाही, आपे तरस पयोई, तरस पया मेरामत होई, सतगुर सज्जन मिलिया, नानक नाम मिलै तां जीवां, तन मन थीवै हरिया। ਇਹਦੇ ਪਾਠ ਦੇ ਵਿੱਚ ਕਈਆਂ ਕੋਲੋਂ ਉਚਾਰਨ ਦੇ ਵਿੱਚ ਗਲਤੀ ਸੁਣਨ ਨੂੰ ਮਿਲਦੀ ਹੈ। ਤਰਸ ਪਿਆ ਮੇ ਰਹਿਮਤ ਹੋਈ ਪੜ ਜਾਂਦੇ ਹਨ ਕਈ ਲੋਕ, ਕਈ ਇਹਨੂੰ ਮੇਹ ਵੱਖਰਾ ਤੇ ਰਹਿਮਤ ਵੱਖਰਾ ਕਰਕੇ ਪੜ ਜਾਂਦੇ ਹਨ। ਪਰ ਜੇ ਸ਼ਬਦ ਦੇ ਸਪੈਲਿੰਗ ਦੇਖੇ ਜਾਣ ਧਿਆਨ ਨਾਲ ਤੇ ਇਹਦਾ ਇਹ ਇੱਕੋ ਵਰਡ ਹੈ ਔਰ ਇਹਦਾ ਉਚਾਰਨ ਮੇਰਾਮਤ ਹੋਣਾ ਚਾਹੀਦਾ ਹੈ। ਮੇ ਰਹਿਮਤ ਨਹੀਂ, ਇਹਦੇ 'ਚ ਹਾਹਾ, ਰਾਰੇ ਤੋਂ ਬਾਅਦ ਕੋਈ ਹਾਹਾ ਨਹੀਂ ਹੈ। ਹਾਹਾ ਜਿਹੜਾ ਹੈ ਰਾਰੇ ਤੋਂ ਪਹਿਲਾਂ ਹੈ। तो मेरामत लफ्ज है। तरस पया मेरामत होई, सतगुर सज्जन मिलिया। तो इस श्लोक के आरंभ में गुरु पातशाह परमात्मा नूं संबोधन करके कहते हैं कि हे प्रभु, मैं तेरे कीते उपकार की कदर नहीं समझन जोगा, पर तेरे उपकार नूं समझण वास्ते तू आप ही मैनू इस लायक बनाया है कि मैं तेरी सिफत सलाह करा, तेरे गुण गावां। मेरी यह समर्था नहीं सी कि मैं तेरे गुणों का बयान कर सकता, मैं तेरी बख्शिशां नूं जान सकता, तेरे कीते हुए नूं मैं जान सकता। जातो मैंने हुंदा जान सकना, तेरा कीता, जो तेरी बख्शिश है, जो तेरी मेरामत है, जो तेरी बख्शिश है, वो मैं जान नहीं सकता, मैं नहीं जानिया। पर तू मैनू जोग कीतो ही, जोग का अर्थ हुंदा है इस लायक। तू आप ही मेहर करके बख्शिश करके मैनू इस लायक बनाया है कि मैं तेरे गुण गा सका, नहीं तो मेरी की समर्था सी। तो कहने तो भाव है गुरु अर्जन पातशाह ने इतनी वड्डी जड़ी इंसानियत की, मनुखता की सेवा की, सारी बाणी इकत्तर की, उसनों बड़े सिस्टमैटिक ढंग के नाल रागां दे विच वंड के, फिर होर छंदाबंदी दे पूरे सारा ध्यान करके, फिर अंकां दा पूरा सिस्टम डिजाइन करके इतना महान कारज किया जिन्हों कई साल का समा लग्या। वो सारा इतना महान कारज करन तो बाद भी पूरी निर्माणता दे नाल प्रभु दे अगे ही धन्नवाद करदे होया ये लफज वरत रहे हैं कि भी मेरी तो यह समर्था नहीं सी, तेरी बख्शिश है कि तू मैनू इस योग किया है कि मैं तेरा गुण गायन कर सकिया हाँ, तेरी सिफत सलाह दे नाल जुड़ सकिया।
ਅੱਗੇ ਹੋਰ ਨਿਮਰਤਾ ਦੇ ਵਿੱਚ ਕਹਿੰਦੇ ਹਨ ਕਿ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ। ਮੈਂ ਤਾਂ ਨਿਰਗੁਣ ਹਾਂ, ਮੇਰੇ ਅੰਦਰ ਕੋਈ ਗੁਣ ਹੀ ਨਹੀਂ ਹੈ। ਇਹ ਤੇ ਤੇਰੇ ਹਿਰਦੇ, ਤੇਰੇ ਅੰਦਰ ਤਰਸ ਆਇਆ, ਤੇਰੇ ਅੰਦਰ ਰਹਿਮ ਤੂੰ ਕੀਤਾ ਮੇਰੇ ਉੱਤੇ ਕਿ ਤੂੰ ਮੇਰੇ ਅੰਦਰ ਕੋਈ ਗੁਣ ਨਾ ਹੋਣ ਦੇ ਬਾਵਜੂਦ ਵੀ ਮੇਰੇ ਤੇ ਤਰਸ ਕਰਕੇ ਤੂੰ ਮੈਨੂੰ ਮਿਹਰ ਕੀਤੀ ਤੇ ਮੇਰਾ ਮਿਲਾਪ ਜਿਹੜਾ ਹੈ ਤੂੰ ਸੱਚੇ ਗੁਰੂ ਦੇ ਨਾਲ ਕਰਾ ਦਿੱਤਾ, ਮੇਰਾ ਜੋੜ ਦਿੱਤਾ ਗੁਰੂ ਦੇ ਨਾਲ। ਤਰਸ ਪਿਆ, ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ। ਮਿਹਰਮਤ ਦਾ ਅਰਥ ਹੈ ਮਿਹਰ, ਉਹਦਾ ਵੀ ਅਰਥ ਮਿਹਰ ਹੀ ਹੈ, ਬਖਸ਼ਿਸ਼ ਹੀ ਹੈ। ਤੇਰੇ ਅੰਦਰ ਮੇਰੇ ਵਾਸਤੇ ਤਰਸ ਪੈਦਾ ਹੋਇਆ ਤੇ ਮੇਰੇ ਉੱਤੇ ਤੇਰੀ ਮਿਹਰ ਹੋਈ, ਤਾਂ ਮੈਨੂੰ ਸੱਜਣ ਗੁਰੂ ਮਿਲ ਪਿਆ। तो ये सारा जो क्रेडिट भी है वो गुरु नानक पातशाह की जोत ਨੂੰ ਹੀ ਦੇ ਰਹੇ ਹਨ ਕਿ ਉਹ ਨਾਨਕ ਰੂਪੀ ਜੋਤ ਗੁਰੂ ਰਾਮਦਾਸ ਦੇ ਰੂਪ ਵਿੱਚ ਗੁਰੂ ਅਰਜਨ ਪਾਤਸ਼ਾਹ ਨੂੰ ਸੰਗਤ ਮਿਲੀ, ਜਿੱਥੋਂ ਉਹਨਾਂ ਨੂੰ ਅੱਗੋਂ ਫਿਰ ਇਹ ਜ਼ਿੰਮੇਵਾਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਸੌਂਪੀ। ਪਰ ਇਸ ਦਾ ਕ੍ਰੈਡਿਟ ਉਹ ਉਸ ਨਾਨਕ ਜੋਤ ਨੂੰ ਹੀ ਦੇ ਰਹੇ ਹਨ ਕਿ ਉਹ ਗੁਰੂ ਨਾਨਕ ਦੀ ਜੋਤ ਮੈਨੂੰ ਪ੍ਰਾਪਤ ਹੋਈ ਤੇ ਇਹ ਤੇਰੀ ਪ੍ਰਭੂ ਦੀ ਮਿਹਰ ਹੀ ਹੈ ਕਿ ਮੈਂ ਇਹਨੂੰ ਇਸ ਲਾਇਕ ਸਮਝਿਆ ਗਿਆ। तो अंत विच फिर वो कहते हैं नानक नाम मिले तां जीवां तन मन थीवे हरिया। सो इसलिए जदों गुरु पासों मैनू तेरा नाम की प्राप्ति हुंदी है तो मेरे अंदर आत्मक जीवन चलता है, मैं आत्मक तौर पर जिंदा रहिंदा हाँ ते मेरा मन और तन खिड़िया रहिंदा है, खिड़ाव दे विच आ जांदा है। जे नाम तो ये तकरीबन वही भाव है जो ਅਸੀਂ ਰਹਿਰਾਸ ਦੇ ਵਿੱਚ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਉ। तो ਉੱਥੇ ਵੀ ਆਤਮਕ ਜੀਵਨ ਦੀ ਗੱਲ ਤਾਂ ਹੀ ਹੈ ਕਿ ਜੇ ਮੈਂ ਪ੍ਰਭੂ ਦੇ ਗੁਣ ਗਾਉਂਦਾ ਰਵਾਂ। ਇੱਥੇ ਵੀ ਗੁਰੂ ਸਾਹਿਬ ਕਹਿ ਰਹੇ ਨਾਨਕ ਨਾਮ ਮਿਲੇ ਤਾਂ ਜੀਵਾਂ, ਮੇਰੇ ਨਾਲ ਨਾਮ ਮੇਰੇ ਹਿਰਦੇ 'ਚ ਵਸਿਆ ਰਵੇ। ਜਿਵੇਂ ਇਸ ਤੋਂ ਪਹਿਲਾਂ ਮੁਦਾਮਨੀ 'ਚ ਗੱਲ ਕੀਤੀ ਸੀ ਕਿ ਨਿਤ ਨਿਤ ਰਾਖੁਰ ਧਾਰੋ, ਹਰ ਸਮੇਂ ਇਹ ਅਵਸਥ ਤਜੀ ਨਾ ਜਾਈ ਵਾਲੀ ਅਵਸਥਾ ਬਣੀ ਰਹੇ, ਨਾਮ ਹਰ ਵੇਲੇ ਮੇਰੇ ਹਿਰਦੇ 'ਚ ਟਿਕਿਆ ਰਵੇ, ਤਾਂ ਹੀ ਮੈਂ ਆਤਮਕ ਤੌਰ ਤੇ ਜਿਉਂਦਾ ਹਾਂ ਤੇ ਮੇਰਾ ਤਨ ਔਰ ਮਨ ਖਿੜਾ ਦੇ ਵਿੱਚ ਰਹਿੰਦਾ ਹੈ। ਕਈ ਲੋਕ ਇੱਥੇ ਸਵਾਲ ਕਰਦੇ ਹਨ ਕਿ ਗੁਰੂ ਸਾਹਿਬ ਨੇ ਇੱਥੇ ਲਫ਼ਜ਼ ਵਰਤ ਦਿੱਤਾ ਹੈ ਨਾਨਕ ਨਾਮ ਮਿਲੇ ਤਾਂ ਜੀਵਾਂ, ਕਿ ਉਹਨਾਂ ਕੋਲ ਨਾਮ ਹੈ ਨਹੀਂ ਸੀ। तो ਸਵਾਲ ਪੈਦਾ ਹੋਣਾ ਸੁਭਾਵਿਕ ਹੀ ਹੈ, ਪਰ ਗੱਲ ਸਮਝਣ ਵਾਲੀ ਹੈ ਕਿ ਗੁਰੂ ਤਾਂ ਨਾਮ ਦਾ ਦਾਤਾ ਹੈ। ਗੁਰੂ ਤਾਂ ਆਪਣੀ ਸੰਗਤ ਵਿੱਚ ਆਇਆ ਹੋਇਆਂ ਨੂੰ ਵੀ ਨਾਮ ਦੇ ਨਾਲ ਜੋੜਦਾ ਹੈ। ਆਪ ਤਾਂ ਉਹ ਪ੍ਰਭੂ ਦੇ ਨਾਲ ਜੁੜਿਆ ਹੀ ਹੋਇਆ ਹੈ, ਉਹ ਤਾਂ ਹੋਰਾਂ ਨੂੰ ਵੀ ਜੋੜਨ ਵਾਲਾ ਹੈ। ਪਰ ਇਹ ਗੱਲ ਨੂੰ ਕਨਵੇ ਕਰਨ ਦਾ, ਸਮਝਾਉਣ ਦਾ ਇੱਕ ਤਰੀਕਾ ਹੁੰਦਾ ਹੈ ਕਿ ਆਪਣੇ ਫਸਟ ਪਰਸਨ ਤੇ ਲੈ ਕੇ ਗੱਲ ਕੀਤੀ ਜਾਂਦੀ ਹੈ। ਉਪਦੇਸ਼ ਸਾਡੇ ਵਾਸਤੇ ਹੈ ਕਿ ਬਈ ਇਸ ਜਗਤ ਦੇ ਵਿੱਚ ਵਸਦਿਆਂ ਹੋਇਆਂ ਇਨਸਾਨ ਆਤਮਕ ਤੌਰ ਤੇ ਤਾਂ ਹੀ ਜਿਉਂਦਾ ਰਹਿ ਸਕਦਾ ਹੈ, ਤਾਂ ਹੀ ਖਿੜਾਅ ਦੀ ਅਵਸਥਾ 'ਚ ਰਹਿ ਸਕਦਾ ਹੈ ਜੇ ਨਾਮ ਦੇ ਨਾਲ ਜੁੜਿਆ ਰਹੇ, ਔਰ ਨਾਮ ਮਿਲਦਾ ਹੈ ਗੁਰੂ ਪਾਸੋਂ। तो इसलिए गल उन्होंने की है कि तरस पिया मेरामत हुई, सतगुरु सज्जन मिलिया ते उस सतगुर पासों मैनू नानक नाम मिले तां जीवां तन मन थीवे हरिया। तो मेरा मन और तन खिड़ाव विच रहिंदा है, हरिया रहिंदा है जे मैनू सतगुर पासों नाम की प्राप्ति हुंदी है। तो ये साडे वास्ते उपदेश है कि साडे जीवन दे विच भी जद तक असीं गुरु दे सिक्ख्या दे नाल जुड़े रहिंदे हां, जद तक उहदे नाम दे नाल जुड़े रहिंदे हां, साडा आत्मक जीवन कायम रहिंदा है, तन और मन खिड़ाव दे विच रहिंदा है। तो ये शुकराना गुरु साहब ने प्रभु दा कीता है कि प्रभु ने बख्शिश करके सच्चे गुरु दी संगत बख्शिश कीती। तो ये सेवा आप गुरु साहब पासों लिती। तो ये इत्थों प्रेरणा लैनी साडे वास्ते भी बनती है कि इतना महान कारज करके भी गुरु पातशाह कह रहे हैं मैं निर्गुण यारे को गुण नाही आपे तरस पे होई। ਤੇ ਅਸੀਂ ਕੀ ਕਰਦੇ ਹਾਂ, ਛੋਟਾ ਜਿਹਾ ਵੀ ਕੋਈ ਕੰਮ ਕਦੀ ਸਾਡੇ ਪਾਸੋਂ ਗਲਤੀ ਨਾਲ ਹੋ ਵੀ ਜਾਂਦਾ ਹੈ ਕੋਈ ਚੰਗਾ, ਤਾਂ ਅਸੀਂ ਉਹਦੀਆਂ ਫੂਟਾਂ ਮਾਰਦੇ ਥੱਕਦੇ ਨਹੀਂ ਹਾਂ, ਸਾਰੀ ਦੁਨੀਆ ਨੂੰ ਸੁਣਾਉਂਦੇ ਫਿਰਦੇ ਹਾਂ ਮੈਂ ਇਹ ਕੀਤਾ ਮੈਂ ਉਹ ਕੀਤਾ। ਤਾਂ ਇਹ ਗੁਰੂ ਸਾਹਿਬ ਨੇ ਸਾਡੇ ਵਾਸਤੇ ਇੱਕ ਪ੍ਰੇਰਨਾ ਰੂਪੀ ਮਿਸਾਲ ਕਾਇਮ ਕੀਤੀ ਹੈ। ਇਤਨਾ ਮਹਾਨ ਮਨੁੱਖਤਾ ਦੇ ਭਲੇ ਦਾ ਕਾਰਜ ਕਰਕੇ ਵੀ ਉਹ ਇਹ ਹੀ ਬਚਨ ਕਰ ਰਹੇ ਹਨ ਕਿ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਏ ਹੋਈ। सो तेरा किता जातो नहीं मैनू जोग किते, जे मेरे को कुछ होया भी है ये प्रभु तेरी ही मेहर है कि तू मैनू इस योग बनाया है। तो ये तो ही ये प्रेरणा लैके सानू यही
ਗੱਲ ਫਬਦੀ ਹੈ ਕਿ ਅਸੀਂ ਹਮੇਸ਼ਾ ਹੀ ਸਤਿਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖੀਏ, ਨਿਤ ਨਿਤ ਰੱਖ ਉਰ ਧਾਰੋ, ਔਰ ਜੋ ਵੀ ਉਸ ਸਿੱਖਿਆ ਨੂੰ ਧਾਰਨ ਕਰਕੇ ਜੀਵਨ ਵਿੱਚ ਬਦਲਾਅ ਆਉਂਦਾ ਹੈ, ਜੋ ਆਤਮਿਕ ਤਰੱਕੀ ਮਿਲਦੀ ਹੈ, ਉਹਦੇ ਵਾਸਤੇ ਵੀ ਪ੍ਰਭੂ ਦਾ ਸ਼ੁਕਰਾਨਾ ਹੀ ਹਮੇਸ਼ਾ ਕਰਦੇ ਰਹੀਏ, ਹੰਕਾਰ ਤੋਂ ਹਉਮੈ ਤੋਂ ਬਚ ਕੇ ਰਹੀਏ। ਇਹੀ ਇਸ ਸ਼ਲੋਕ ਦਾ ਉਪਦੇਸ਼ ਹੈ ਜੀ। ਵਿਚਾਰ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਗੱਲਾਂ ਮਿਲਦੀਆਂ ਜੀ, ਆਪਸ ਵਿੱਚ ਖਿਮਾ ਮੰਗਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਹੈਂਡ ਰੇਜ਼ਡ ਹੈ, ਸਰ ਰਜਿੰਦਰ